अगर ये किसानों का हितैषी आ तो इनू सब तो पहलों काम करना चाहिए है कि विधान सभा उत्तराखंड दे विच प्रस्ताव पास कराउण दा कि ये काले कानून असी उत्तराखंड च लागू नहीं कर सकते। नहीं बीजेपी के नेता ਅਸੀਂ कई बार रूबरू होए वो तो कहते कि जो विरोध ਕਰਨ तो किसान है नहीं, वो तो कांग्रेस के सपा के दूजे अपनी राजनीति रोटियां सेक रहे हैं। किसी ਨੂੰ ਕਹਿੰਦੇ देशद्रोही आ, किसी ਨੂੰ ਕਹਿੰਦੇ किसान नहीं गा, किसी ਨੂੰ ਕਹਿੰਦੇ खालिस्तान आ। इन्हां दे सर्टिफिकेट ਦੀ ਸਾਨੂੰ ਲੋੜ नहीं। ठीक है, कहते किसानों ਨੂੰ ਇਹਨਾਂ ਦੇ ਬਾਰੇ ਪਤਾ ਹੀ नहीं है, किसानों ਨੂੰ माइंड वॉश कर दिता गया है ਤੇ ਉਹ राजनीति ਦੇ मतलब इशारे ਤੇ ਚੱਲ ਰਹੇ ਨੇ किसान। ਵੇਖੋ ਜੀ ਅੱਜ ਦੀ ਡੇਟ 'ਚ ਸਾਰੀ ਯੁਵਾ ਪੀੜ੍ਹੀ ਪੜ੍ਹੀ ਲਿਖੀ ਹੋਈ ਆ, ਸਭ ਨੇ ਬਿੱਲ ਪੜ੍ਹੇ ਨੇ, ਸਭ ਨੂੰ ਬਿੱਲਾਂ ਦੀ ਜਾਣਕਾਰੀ ਆ। ਜਿਹੜੇ 40 ਆਗੂ ਸਾਡੇ ਇਹਨਾਂ ਨਾਲ ਮੀਟਿੰਗਾਂ 'ਚ ਜਾਂਦੇ ਨੇ ਉਹਨਾਂ ਨੇ ਬਹੁਤ ਪੇਪਰ ਵਰਕ ਕੀਤਾ ਹੋਇਆ ਹੈ, ਉਹਨਾਂ ਨੂੰ ਸਾਰੀ ਜਾਣਕਾਰੀ ਆ। ਉਹਨਾਂ ਨਾਲ 6ਵੀਂ ਮੀਟਿੰਗ 'ਚ ਇਹ ਆਪ ਮੰਨ ਚੁੱਕਿਆ ਕਿ 85% ਕਾਨੂੰਨ ਗਲਤ ਬਣੇ ਨੇ। ये देश के अंदर लोगों को बांटने का काम करती है। ये पूरा हिंदुस्तान जानता है कि जब चुनाव का वक्त आता है तो हिंदू मुसलमान को बांटने का काम करती है। अब जब किसान का आंदोलन 10 महीने से चल रहा है, अब इन्हें दिखाई दे रहा है कि कहीं ना कहीं सरकार जाने वाली है। 5 राज्यों में चुनाव आ रहे हैं, 5 राज्य से इनका सोबड़ा साफ है। ਅਸੀਂ ਅੱਜ ਇਹਨਾਂ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ। ਰਾਤ 12:30 ਵਜੇ ਪ੍ਰਸ਼ਾਸਨ ਕੋਤਵਾਲ LIU ਵਾਲੇ ਸਾਰੇ ਮੇਰੇ ਨਾਲ ਗੱਲ ਕਰ ਰਹੇ ਸੀਗੇ ਫੋਨ ਤੇ। ਅਸੀਂ ਇੱਥੋਂ ਨਹੀਂ ਉੱਠੇ, ਅਸੀਂ ਉਹਨਾਂ ਨੂੰ ਕਹਿ ਕੇ ਨਹੀਂ ਉੱਠਣਾ, ਸਾਡੀ ਲਾਸ਼ ਦੇ ਉੱਤੇ ਹੈਲੀਕਾਪਟਰ ਉਤਰੇਗਾ, ਸਾਡੀ ਲਾਸ਼ ਦੇ ਉੱਤੇ ਉਤਰੇਗਾ। ਸਿੱਖ ਸੰਗਤ ਨਿਊਜ਼ ਦੇਖ ਰਹੇ ਹੋ, ਮੈਂ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ। ਜਸਪੁਰ ਦੀ ਸਭ ਤੋਂ ਵੱਡੀ ਖਬਰ, ਇਹਨੂੰ ਪ੍ਰਦੇਸ਼ ਦੀ ਸਭ ਤੋਂ ਵੱਡੀ ਖਬਰ ਕਹਾਂਗੇ। ਸੂਬੇ ਦੇ ਮੁੱਖ ਮੰਤਰੀ ਨੇ ਆਉਣਾ ਸੀ, ਕਿਸਾਨਾਂ ਨੇ ਰਾਤ ਤੋਂ ਹੀ ਕਬਜ਼ਾ ਜਮਾਇਆ ਸੀ। ਸੋ जो जानकारी मिली है कि CM साहब का दौरा रद्द हो गया। बहुत वड्डी अपडेट, किसान अपनी इस नूं बहुत वड्डी जित वेख रहे हैं। सुखबीर साहब भुल्लर साहब साडे नाल जुड़े हुए हैं। रात तो ही इन्होंने इत्थे कब्जा किया सी, ट्रैक्टर इन्हों के उत्थे हैलीपैड ते ही जमे हुए हैं। उन्होंने स्वागत करते हैं तो पुछते हैं किस गल नूं लैके पहुंचे ने। भाजी बहुत बहुत स्वागत है तुहाडा। ਧੰਨਵਾਦ ਭਾਜੀ। किस चीज़ का विरोध है, तुसीं रात तो ही इत्थे डटे हुए हो, की कारण है आखिर? ਇੱਦਾਂ ਹੈ ਕਿ ਸਾਡੇ ਕਿਸਾਨਾਂ ਦੀ ਲੜਾਈ ਚੱਲ ਰਹੀ ਹੈ 3 ਕਾਲੇ ਕਾਨੂੰਨਾਂ ਨੂੰ ਲੈ ਕੇ। ਸਾਡੇ ਸੂਬੇ ਦਾ ਜਿਹੜਾ ਮੁੱਖ ਮੰਤਰੀ ਹੈ ਪੁਸ਼ਕਰ ਸਿੰਘ ਧਾਮੀ, ਇਹ ਜਸਪੁਰ ਆ ਰਿਹਾ ਹੈ। ਵੇਖੋ ਕਿਸਾਨਾਂ ਦੇ ਨਾਲ ਇੱਕ ਤੇ 10 ਮਹੀਨੇ ਤੋਂ ਕਿਸਾਨ ਬਾਰਡਰਾਂ ਤੇ ਬੈਠੇ ਨੇ 3 ਕਾਲੇ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ। ਅਗਰ ਇਹ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਕਹਿੰਦਾ ਆ, ਅਗਰ ਇਹ ਕਿਸਾਨਾਂ ਦਾ ਹਿਤੈਸ਼ੀ ਆ ਤੇ ਇਹਨੂੰ ਸਭ ਤੋਂ ਪਹਿਲੋਂ ਕੰਮ ਕਰਨਾ ਚਾਹੀਦਾ ਹੈ ਕਿ ਵਿਧਾਨ ਸਭਾ ਉੱਤਰਾਖੰਡ ਦੇ ਵਿੱਚ ਪ੍ਰਸਤਾਵ ਪਾਸ ਕਰਾਉਂਦਾ ਕਿ ਇਹ ਕਾਲੇ ਕਾਨੂੰਨ ਅਸੀਂ ਉੱਤਰਾਖੰਡ 'ਚ ਲਾਗੂ ਨਹੀਂ ਕਰ ਸਕਦੇ। ਫਿਰ ਉਸ ਪ੍ਰਸਤਾਵ ਨੂੰ ਪਾਰਿਤ ਕਰਾ ਕੇ ਕੇਂਦਰ ਸਰਕਾਰ ਨੂੰ ਘਲਾਉਂਦਾ ਤੇ ਅਸੀਂ ਇਹਨੂੰ ਕਿਸਾਨ ਹਿਤੈਸ਼ੀ ਮੰਨਦੇ। नहीं बीजेपी के नेता ਅਸੀਂ कई बार रूबरू होए वो तो कहते कि जो विरोध करें तो किसान है नहीं, वो तो कांग्रेस के सपा के दूजे अपनी राजनीति रोटियां सेक रहे हैं। ਤੁਹਾਡੇ ਤੇ भी आरोप लगता कि तुसी किसान तुसी कांग्रेस तो बिलोंग कर दो, जो सानू जानकारी मिली है तुसी भी अपनी राजनीति रोटियां सेक रहे हो ਇਹਦੇ ਵਿੱਚ। ਇਹ ਤੇ ਹਰੇਕ ਨੂੰ ਕਹਿੰਦੇ ਆ, ਕਿਸੇ ਨੂੰ ਕਹਿੰਦੇ ਦੇਸ਼द्रोही ਆ, ਕਿਸੇ ਨੂੰ ਕਹਿੰਦੇ ਕਿਸਾਨ ਨਹੀਂ ਗਾ, ਕਿਸੇ ਨੂੰ ਕਹਿੰਦੇ ਖਾਲਿਸਤਾਨ ਆ। ਇਹਨਾਂ ਦੇ ਸਰਟੀਫਿਕੇਟ ਦੀ ਸਾਨੂੰ ਲੋੜ ਨਹੀਂ। ਠੀਕ ਹੈ, ਇਹ ਪਹਿਲਾਂ ਆਪਦੇ ਸਰਟੀਫਿਕੇਟ ਤੇ ਵਿਖਾ ਦੇਣ ਇਹ ਕੀ ਨੇ। ਬਿਲਕੁਲ ਜੀ, ਇਹਨਾਂ ਕੋਲ ਆਪਣੇ ਸਰਟੀਫਿਕੇਟ ਤੇ ਹੈ ਨਹੀਂਗੇ ਤੇ ਦੂਜਿਆਂ ਦੇ ਸਰਟੀਫਿਕੇਟ ਦੂਜਿਆਂ ਨੂੰ। ਉਹ ਨਾਲੇ ਇਹ ਵੀ ਕਹਿੰਦੇ ਆ ਕਿ ਜਿਹੜੇ ਕਾਨੂੰਨਾਂ ਤੇ 2 ਸਾਲਾਂ ਦੀ ਰੋਕ ਲੱਗੀ ਹੋਈ ਹੈ ਸੁਪਰੀਮ ਕੋਰਟ ਨੇ, ਫਿਰ ਉਹਦਾ ਵਿਰੋਧ ਕਿਸ ਚੀਜ਼ ਦਾ ਵੀ 2 ਸਾਲਾਂ ਸੁਪਰੀਮ ਕੋਰਟ ਨੇ ਤਾਂ ਬੈਨ ਕੀਤੇ ਹੋਏ ਨੇ ਅਜੇ। ਸੁਪਰੀਮ ਕੋਰਟ ਨੇ ਰੋਕ ਲਾਈ ਆ, ਨਾਲ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸਰਕਾਰ ਇਹਦਾ ਹੱਲ ਕੱਢੇ ਤੇ ਸਰਕਾਰ ਇਹਦਾ ਹੱਲ ਕੱਢੇ ਨਾ, ਇਹਦਾ ਹੱਲ ਇੱਕ ਹੀ ਆ, ਕਾਨੂੰਨ ਰੱਦ ਕਰੇ। ਤੁਹਾਡੀ ਮੰਗ ਇੱਕੋ ਹੀ ਹੈ ਕਿ ਮਤਲਬ ਖਾਲੀ ਰੱਦ ਹੋਣੇ ਚਾਹੀਦੇ ਨੇ, ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਕਾਨੂੰਨ ਰੱਦ ਕਹਿੰਦੇ ਕਿ ਸੁਧਾਰ ਕਰ ਲਓ। ਕਾਹਦਾ ਸੁਧਾਰ ਕਰ ਲਓ? ਇਹਨਾਂ ਨੇ ਜ਼ਿਆਦਾਤਰ ਉਹ ਵੇਂਦੇ ਆ, ਅਸੀਂ ਕਈ ਵਾਰੀ ਗੱਲ ਕੀਤੀ, ਕਹਿੰਦੇ ਕਿਸਾਨਾਂ ਨੂੰ ਇਹਨਾਂ ਦੇ ਬਾਰੇ ਪਤਾ ਹੀ ਨਹੀਂ ਹੈ, ਕਿਸਾਨਾਂ ਨੂੰ ਮਾਈਂਡ ਵਾਸ਼ ਕਰ ਦਿੱਤਾ ਗਿਆ ਹੈ ਤੇ ਉਹ ਰਾਜਨੀਤੀ ਦੇ मतलब ਇਸ਼ਾਰਿਆਂ ਤੇ ਚੱਲ ਰਹੇ ਨੇ ਕਿਸਾਨ। ਵੇਖੋ ਜੀ ਅੱਜ ਦੀ ਡੇਟ 'ਚ ਸਾਰੀ ਯੁਵਾ ਪੀੜ੍ਹੀ ਪੜ੍ਹੀ ਲਿਖੀ ਹੋਈ ਆ, ਸਭ ਨੇ ਬਿੱਲ ਪੜ੍ਹੇ ਨੇ, ਸਭ ਨੂੰ ਬਿੱਲਾਂ ਦੀ ਜਾਣਕਾਰੀ ਆ। ਜਿਹੜੇ 40 ਆਗੂ ਸਾਡੇ ਇਹਨਾਂ ਨਾਲ ਮੀਟਿੰਗਾਂ 'ਚ ਜਾਂਦੇ ਨੇ ਉਹਨਾਂ ਨੇ ਬਹੁਤ ਪੇਪਰ ਵਰਕ ਕੀਤਾ ਹੋਇਆ ਹੈ, ਉਹਨਾਂ ਨੂੰ ਸਾਰੀ ਜਾਣਕਾਰੀ ਆ। ਉਹਨਾਂ ਨਾਲ 6ਵੀਂ ਮੀਟਿੰਗ 'ਚ ਇਹ ਆਪ ਮੰਨ ਚੁੱਕਿਆ ਕਿ 85% ਕਾਨੂੰਨ ਗਲਤ ਬਣੇ ਨੇ। ਤੇ ਮਤਲਬ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਮਾਹੌਲ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਮਾਹੌਲ ਡਾਈਵਰਟ ਕਰਨਾ ਹੈ, ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ਆ, ਭਰਮ ਫੈਲਾਉਣਾ ਹੈ, ਉਹ ਕੰਮ ਹੈ ਇਹਨਾਂ ਦਾ। ਨਾਲੇ ਉਹ ਕਈ ਵਾਰੀ ਅਸੀਂ ਇਹ ਵੀ ਦੇਖਿਆ ਜਾਂਦਾ ਹੈ ਕਿ ਇਸ ਅੰਦੋਲਨ ਨੂੰ ਸਰਦਾਰ ਬਨਾਮ ਸਰਕਾਰ ਬਣਾ ਦਿੱਤਾ ਗਿਆ। ਉਹਨਾਂ ਦਾ ਮੰਨਣਾ ਜੋ ਉੱਥੇ ਤਾਂ ਸਾਨੂੰ ਲੱਗਦਾ ਹੈ ਕਿ ਜੋ ਉਹਨਾਂ ਦੀ ਮਨਸ਼ਾ ਹੋਣੀ ਹੈ ਕਿ ਕਿਸਾਨਾਂ ਜਿਹੜੇ ਸਰਦਾਰਾਂ ਦੇ ਜਾਂ ਕਿਸਾਨਾਂ ਦੇ ਵੋਟ ਹਨ ਉਹ ਬਹੁਤ ਥੋੜ੍ਹੇ ਨੇ ਤੇ ਕਿਤੇ ਨਾ ਕਿਤੇ ਇਸ ਕਰਕੇ ਵੀ ਥੋੜ੍ਹਾ ਜਿਹਾ ਉਹ ਇਹਦਾ ਜਵਾਬ ਮੈਂ ਤੁਹਾਨੂੰ ਹੁਣੇ ਦਿੰਦਾ। ਜੀ ਜੀ, ਰਾਤ ਦੇ ਅਸੀਂ ਇੱਥੇ ਬੈਠੇ ਆ, ਸਵੇਰੇ ਆ ਸਾਰੇ ਸਾਡੇ ਭਰਾ ਇੱਥੇ ਆਏ ਹੋਏ ਨੇ। ਚਾਚਾ ਜੀ ਕਿੱਥੇ ਜੀ? ਚੌਧਰੀ ਸਾਹਿਬ ਖੜੋ। ਆ ਸਾਡੇ ਹਿੰਦੂ ਭਰਾ ਸਾਡੇ ਨਾਲ ਨੇ। ਬਿਲਕੁਲ ਜੀ, ਬਿਲकुल जी, ਬਿਲकुल ਜੀ। तुसी भाजी इधर आओ, बिल्कुल बहुत बढ़िया गल। हमने बीजेपी के नेता से कई बार पूछा, वो ये कहते हैं कि ये आंदोलन या तो
सरदार बनाम सरकार बना दिया गया, कभी इसको खालिस्तानी रूप दे दिया जाता है, कभी कहा जाता है कि मुट्ठी भर किसान इसमें जुड़े हुए हैं। क्या कहना चाहेंगे? इसमें मैं कहना ये चाहूँगा क्योंकि भारतीय जनता की पार्टी की सरकार जो है ये देश के अंदर लोगों को बांटने का काम करती है। ये पूरा हिंदुस्तान जानता है कि जब चुनाव का वक्त आता है तो हिंदू मुसलमान को बांटने का काम करती है। अब जब किसान का आंदोलन 10 महीने से चल रहा है, अब इन्हें दिखाई दे रहा है कि कहीं ना कहीं सरकार जाने वाली है। 5 राज्यों में चुनाव आ रहे हैं, 5 राज्य से इनका सुपड़ा साफ है। तो ये आपस में किसानों को छोटे किसान बड़े किसान कर करके बांटने का काम कर रहे हैं। मतलब कभी छोटे मोटे किसान, कभी जाति के नाम मैं पर। 2.5 बीघा जमीन मेरे नाम पे है, मैं किसान हूँ। बिल्कुल। और ये भी कहते हैं कि ये जो नए बिल्कुल जो नए कानून है वो कहते हैं कि छोटे किसानों के लिए तो बहुत फायदेमंद है। ये उनसे दिक्कत उनको हो रही है जिनके बड़ी बड़ी जमीनें, फार्मर है बड़े, उनको दिक्कत हो। उसके लिए मैं बताता हूँ। पहली बात तो ये है कि डीजल पेट्रोल का रेट क्या, डीजल पेट्रोल महंगा है तो छोटे किसान के पास तो अपनी सोच भी नहीं है जुताई करने के लिए। किससे कराता है? किराए पे। किराया जो 1200 रुपये एकड़ लेता था वो 1500 रुपये एकड़ ले रहा है, तो वो उससे कहाँ फायदा हुआ बताइएगा मुझे। मतलब हर किसान अब जागरूक है, हर आदमी कह सकते हैं कि जागरूक, इनकी बातों में नहीं आओगे। बिल्कुल नहीं आना। बीजेपी लोगों को बेवकूफ़ बनाने का काम करती है और ये सरकार अब जाने वाली है। जब तानाशाही की हद हो जाती है और बौखला गई है। ਭੁੱਲਰ ਸਾਹਿਬ ਕੋ ਫਿਰ ਆਉਂਦੇ ਆ। ਅਗਲੀ ਰਣਨੀਤੀ ਹੁਣ ਕੀ ਹੋਣੀ ਹੈ? ਵਿਚੋਣਾਂ ਵੀ ਕੋਲ ਹੈਗੀਆਂ। ਕੀ ਲੱਗਦਾ ਕਿ ਜਿਵੇਂ ਆ ਮੈਦਾਨੀ ਬੈਲਟ ਕਿਸਾਨਾਂ ਦੇ, ਮੇਰੇ ਖਿਆਲ ਨਾਲ ਕਿਸਾਨਾਂ ਦੇ ਵੋਟ ਸੰਖਿਆ ਬਹੁਤ ਹੈਗਾ, ਬਹੁਤ ਪ੍ਰਭਾਵਿਤ ਕਰਦੇ ਨੇ। ਕੀ ਲੱਗਦਾ ਹੈ ਕਿ ਇਹਨਾਂ ਨੂੰ ਫਰਕ ਪਏਗਾ? ਪੂਰਾ ਫਰਕ ਪਏਗਾ। ਅਸੀਂ ਅੱਜ ਇਹਨਾਂ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ। ਰਾਤ 12:30 ਵਜੇ ਪ੍ਰਸ਼ਾਸਨ, ਕੋਤਵਾਲ, LIU ਵਾਲੇ ਸਾਰੇ ਮੇਰੇ ਨਾਲ ਗੱਲ ਕਰ ਰਹੇ ਸੀਗੇ ਫੋਨ ਤੇ। ਅਸੀਂ ਇੱਥੋਂ ਨਹੀਂ ਉੱਠੇ। ਅਸੀਂ ਉਹਨਾਂ ਨੂੰ ਕਹਿ ਕੇ ਨਹੀਂ ਉੱਠਣਾ, ਸਾਡੀ ਲਾਸ਼ ਦੇ ਉੱਤੇ ਹੈਲੀਕਾਪਟਰ ਉਤਰੇਗਾ, ਸਾਡੀ ਲਾਸ਼ ਦੇ ਉੱਤੇ ਉਤਰੇਗਾ। ਅਗਰ ਤੁਸੀਂ ਲਾਠੀ ਚਾਰਜ ਕਰਨਾ ਸਾਡੇ ਉੱਤੇ ਲਾਠੀ ਚਾਰਜ ਕਰੋ, ਸਾਡੇ ਸਿਰ ਪਾੜੋ। ਸਿੱਧਾ 2 ਟੁਕ ਚੇਤਾਵਨੀ ਹੈ। ਮਤਲਬ 2 ਟੁਕ ਚੇਤਾਵਨੀ, ਹੈਲੀਕਾਪਟਰ ਨਹੀਂ ਉਤਰਨਾ ਤੇ ਨਹੀਂ ਉਤਰਨਾ। ਸਾਰੇ ਭਰਾਵਾਂ ਦਾ ਸਾਥ ਹੈ। ਹੈਲੀਕਾਪਟਰ ਅਸੀਂ ਨਹੀਂ ਉਤਰਨ ਦਿੱਤਾ। ਉਹਨੂੰ ਮਜਬੂਰਨ ਇਹਨੂੰ ਤੁਸੀਂ ਵੱਡੀ ਉਪਲਬਧੀ ਮੰਨਦੇ ਹੋ? ਬਿਲਕੁਲ ਵੱਡੀ ਉਪਲਬਧੀ ਆ। ਹੋਰ ਅੱਗੇ ਵਾਸਤੇ ਅਸੀਂ ਆਪਣੀ ਟੀਮ ਬਣਾਵਾਂਗੇ, ਪਿੰਡਾਂ ਵਿੱਚ ਜਾਵਾਂਗੇ। ਜਿੱਥੇ ਬੀਜੇਪੀ ਦੇ ਪ੍ਰਤਿਆਸ਼ੀ ਵੋਟ ਮੰਗਣ ਜਾਣਗੇ ਉਹਨਾਂ ਦਾ ਹੀ ਵਿਰੋਧ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਤੁਸੀਂ। ਸੋ ਪਿਆਰੇ ਦਰਸ਼ਕੋ, ਤੁਸੀਂ ਦੇਖਿਆ ਕਿ ਦਿੱਕਤ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਕਿ ਚੋਣਾਂ ਬਿਲਕੁਲ ਨਜ਼ਦੀਕ ਹੈਗੇ। 2 ਟੂਕ ਚੇਤਾਵਨੀ ਇਹਨਾਂ ਵੱਲੋਂ ਦਿੱਤੀ ਗਈ ਹੈ ਕਿ ਅਗਰ ਕਾਨੂੰਨ ਰੱਦ ਨਹੀਂ ਹੁੰਦੇ ਤੇ ਵੱਡੇ ਪੱਧਰ ਤੇ ਹੁਣ ਪਿੰਡਾਂ ਵਿੱਚ ਜਾ ਕੇ ਵੀ ਬੀਜੇਪੀ ਨੇਤਾਵਾਂ ਦਾ ਵਿਰੋਧ ਕੀਤਾ ਜਾਏਗਾ। ਸੋ ਹਰ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਅਸੀਂ ਜਸਪੁਰ ਤੋਂ ਤੁਹਾਨੂੰ ਅਪਡੇਟ ਦੇ ਰਹੇ ਸੀ। ਧੰਨਵਾਦ ਤੁਹਾਡਾ ਭਾਜੀ। ਧੰਨਵਾਦ ਜੀ।